ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹਿ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੈ ਪਰਮ ਗਤ ਮੇਰੀ। ਜਲ ਨ ਬੁਝੀ ਸੀਤਲ ਹੋਏ ਮਨਵਾ, ਸਤਿਗੁਰ ਕਾ ਦਰਸ਼ਨ ਪਾਏ ਜਿਉ। ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ, ਅਕਾਲ ਪੁਰਖ ਜੀ ਨੇ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ, ਜੋ ਕਿ ਆਪ ਸਭ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬੈਠ ਕਰ ਗੁਰੂ ਘਰ ਦੇ ਕੀਰਤਨੀ ਜਥੇ ਪਾਸੋਂ ਸਤਿਗੁਰਾਂ ਜੀ ਦੀ ਪਾਵਨ ਇਲਾਹੀ ਬਾਣੀ ਦੇ ਗੁਰ ਸ਼ਬਦ ਕੀਰਤਨ ਸਰਵਣ ਕਰ ਰਹੇ ਸੋ। ਜਿੱਥੇ ਪਾਵਨ ਬਾਣੀ ਦੇ ਮਨੋਹਰ ਕੀਰਤਨ ਸਰਵਣ ਕੀਤੇ ਹਨ, ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪਾਵਨ ਪ੍ਰਕਾਸ਼ ਗੁਰਪੁਰਬ ਦੇ ਉਪਲਕਸ਼ ਅੰਦਰ, ਜੋ ਰੋਜ਼ਾਨਾ ਹੀ ਸ਼ਾਮਾਂ ਵੇਲੇ ਦੇ ਦੀਵਾਨਾਂ ਅੰਦਰ ਲੜੀਵਾਰ ਵਿਚਾਰਾਂ ਆਪਾਂ ਸਾਂਝੀਆਂ ਕਰਦੇ ਹਾਂ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਗੁਰਪੁਰਬ ਜੋ ਕੱਲ੍ਹ ਨੂੰ ਆ ਰਿਹਾ ਹੈ, ਜਿਸ ਦੇ ਉਪਲਕਸ਼ ਅੰਦਰ ਆਪਾਂ ਰੋਜ਼ਾਨਾ ਜਿੱਥੇ ਸ਼ਬਦ ਦੀ ਵਿਚਾਰ ਨੂੰ ਸਮਝਦੇ ਹਾਂ, ਉੱਥੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਬਾਣੀ ਕਿਸ ਤਰੀਕੇ ਦੇ ਨਾਲ ਸਤਿਗੁਰੂ ਜੀ ਨੇ ਇਸ ਨੂੰ ਲਿਖਿਆ, ਇਕੱਠਾ ਕੀਤਾ, ਇਸ ਦੀ ਸੰਪਾਦਨਾ ਕੀਤੀ, ਇਹ ਵਿਚਾਰਾਂ ਵਿੱਚ ਸਮਝਣ ਦਾ ਯਤਨ ਕਰ ਰਹੇ ਹਾਂ। ਆਓ ਵਿਚਾਰਾਂ ਦੀ ਪ੍ਰਾਰੰਭਤਾ ਤੋਂ ਪਹਿਲਾਂ ਦਸਮੇਸ਼ ਪਾਤਸ਼ਾਹ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਈਏ। ਕੋਈ ਵੀ ਰਸਨਾ ਵਾਂਝੀ ਨਾ ਰਹੇ, ਸਾਰੇ ਹੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਇਸ ਵਿਚਾਰ ਨੂੰ ਪਿਛਲੇ ਦੀਵਾਨਾਂ ਅੰਦਰ ਸਮਝਿਆ ਸੀ ਵੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਗੁਰੂ ਸਾਹਿਬਾਨਾਂ ਨੇ ਆਪ ਲਿਖੀ ਅਤੇ ਆਪ ਇਸ ਨੂੰ ਸੰਭਾਲਿਆ। ਭਗਤ ਸਾਹਿਬਾਨਾਂ ਦੀ ਵੀ ਪਾਵਨ ਬਾਣੀ ਨੂੰ ਆਪਣੀ ਪਾਵਨ ਬਾਣੀ ਦੇ ਬਰਾਬਰ ਲਿਖਿਆ ਉਹ ਭਗਤ ਸਾਹਿਬਾਨ, ਜਿਨ੍ਹਾਂ ਨੂੰ ਪੁਜਾਰੀ ਵੱਲੋਂ, ਸਮਾਜ ਦੇ ਵੱਲੋਂ ਨੀਵੀਂ ਜਾਤ ਦਾ ਕਹਿ ਕੇ ਦੁਰਕਾਰਿਆ ਗਿਆ। ਭਗਤ ਕਬੀਰ ਸਾਹਿਬ ਜੀ, ਭਗਤ ਰਵਿਦਾਸ ਜੀ, ਭਗਤ ਨਾਮਦੇਵ ਜੀ, ਇਹਨਾਂ ਭਗਤ ਸਾਹਿਬਾਨਾਂ ਦੇ ਨਾਲ ਅਨੇਕਾਂ ਤਰ੍ਹਾਂ ਦੇ ਵਿਤਕਰੇ ਇਹਨਾਂ ਦੀ ਨੀਵੀਂ ਜ਼ਾਤ ਨੂੰ ਕਰਕੇ ਕੀਤੇ ਜਾਂਦੇ ਸਨ। ਪਰ ਕਬੀਰ ਸਾਹਿਬ ਜੀ ਆਪਣੇ ਪਾਵਨ ਸਲੋਕਾਂ ਦੇ ਅੰਦਰ ਬਖਸ਼ਿਸ਼ ਕਰਦੇ ਹਨ। ਕਬੀਰ ਸਾਹਿਬ ਜੀ ਆਖਦੇ ਨੇ, ਕਬੀਰ ਮੇਰੀ ਜ਼ਾਤ ਕੋ ਸਭ ਕੋ ਹਸਨੇ ਹਾਰ, ਬਲਿਹਾਰੀ ਇਸ ਜ਼ਾਤ ਕੋ ਜਿਹ ਜਪਿਓ ਸਿਰਜਨਹਾਰ। ਕਬੀਰ ਸਾਹਿਬ ਜੀ ਕਹਿੰਦੇ ਨੇ, ਮੇਰੀ ਜ਼ਾਤ ਨੀਵੀਂ ਸਮਝ ਕੇ ਸੰਸਾਰ ਦੇ ਲੋਕ, ਪੁਜਾਰੀ ਵਰਗ ਹੱਸਦਾ ਹੈ ਮੇਰੇ 'ਤੇ। ਉਹ ਕਹਿੰਦੇ ਨੇ ਵੀ ਜੇ ਤੂੰ ਰੱਬ ਦਾ ਨਾਮ ਜਪਦਾ ਹੈ ਤੇ ਕੋਈ ਗੱਲ ਨਹੀਂ, ਹੈ ਤੇ ਤੂੰ ਸ਼ੂਦਰ, ਹੈ ਤੇ ਤੂੰ ਨੀਵਾਂ, ਰਹਿਣਾ ਤੇ ਤੂੰ ਨੀਵੀਂ ਜਾਤ ਦਾ ਹੀ ਹੈ। ਪਰ ਕਬੀਰ ਸਾਹਿਬ ਜੀ ਕਹਿੰਦੇ ਮੈਂ ਇਸ ਚੀਜ਼ ਨੂੰ ਆਪਣੀ ਕਮਜ਼ੋਰੀ ਨਹੀਂ ਬਣਨ ਦਿੰਦਾ।
क्योंकि ये वर्ण वंड जिहड़ी है ये रब ने नहीं बनाई। ये वर्ण वंड जिहड़ी है समाज दे लोकां नूं चार हिस्सिਆਂ ਵਿੱਚ ਵੰਡਣਾ, ਇਹ ਪੁਜਾਰੀ ਦੀ ਆਪਣੀ ਘਾੜਤ ਹੈ। ਇਹ ਰੱਬ ਨੇ ਇਸ ਤਰ੍ਹਾਂ ਨਹੀਂ ਬਣਾਇਆ। ਉਸਨੇ ਪਹਿਲੇ ਨੰਬਰ 'ਤੇ ਬ੍ਰਾਹਮਣ ਨੂੰ ਰੱਖਿਆ, ਦੂਸਰੇ 'ਤੇ ਖੱਤਰੀ ਨੂੰ, ਤੀਸਰੇ 'ਤੇ ਵੈਸ਼ ਨੂੰ ਅਤੇ ਚੌਥੇ 'ਤੇ ਸ਼ੂਦਰ ਨੂੰ ਰੱਖ ਦਿੱਤਾ। ਆਪਣੇ ਆਪ ਨੂੰ ਹਮੇਸ਼ਾ ਉਸਨੇ ਸ੍ਰੇਸ਼ਟ ਥਾਂ ਉੱਤੇ ਰੱਖਿਆ ਹੈ। ਪਰ ਕਬੀਰ ਸਾਹਿਬ ਜੀ ਕਹਿੰਦੇ, ਬਲਿਹਾਰੀ ਇਸ ਜ਼ਾਤ ਕੋ, ਮੈਂ ਆਪਣੀ ਇਸ ਜ਼ਾਤ ਉੱਤੇ ਵੀ ਬਲਿਹਾਰ ਸਦਕੇ ਕੁਰਬਾਨ ਜਾਨਾ ਹਾਂ ਕਿ ਮੈਂ ਇਸ ਜ਼ਾਤ ਵਿੱਚ ਜਨਮ ਲੈ ਕੇ ਵੀ ਜਿਹ ਜਪਿਓ ਸਿਰਜਣਹਾਰ, ਮੈਂ ਉਸ ਮਾਲਕ ਪ੍ਰਭੂ ਨੂੰ ਸਿਮਰਿਆ ਹੈ। ਕਬੀਰ ਸਾਹਿਬ ਜੀ ਆਪਣੇ ਮਨ ਵਿੱਚ ਕੋਈ ਨਿਰਾਸ਼ਤਾ ਨਹੀਂ ਲੈ ਕੇ ਆਉਂਦੇ ਵੀ ਮੈਨੂੰ ਨੀਵੀਂ ਜ਼ਾਤ ਦਾ ਕਹਿੰਦੇ ਹਨ ਪੁਜਾਰੀ ਲੋਕ, ਸਗੋਂ ਉਹ ਬਲਿਹਾਰ ਜਾਂਦੇ ਹਨ, ਉਸ ਮਾਲਕ ਦਾ ਸ਼ੁਕਰਾਨਾ ਕਰਦੇ ਹਨ। ਪਾਵਨ ਬਾਣੀ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਕੱਤਰ ਕੀਤਾ, ਪਾਵਨ ਪੋਥੀ ਵਿੱਚ ਦਰਜ ਕਰਦੇ ਸਨ। ਇਸ ਤਰੀਕੇ ਦੇ ਨਾਲ ਉਹ ਪਾਵਨ ਪੋਥੀ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਸੌਂਪਦਿਆਂ ਹੋਇਆਂ ਬਖਸ਼ਿਸ਼ ਕਰਦੇ ਹਨ। ਸਿੱਖ ਇਤਿਹਾਸ ਅੰਦਰ ਜਿਵੇਂ ਆਪਾਂ ਇਤਿਹਾਸਿਕ ਜੋ ਕਾਵਿਕ ਗ੍ਰੰਥ ਹੈ, ਕਵੀ ਸੰਤੋਖ ਸਿੰਘ ਜੀ ਚੂੜਾਮਣੀ ਜਿਨ੍ਹਾਂ ਦੇ ਰਾਹੀਂ ਲਿਖਿਆ ਗੁਰਪ੍ਰਤਾਪ ਸੂਰਜ ਗ੍ਰੰਥ, ਸਿੱਖ ਇਤਿਹਾਸ ਦਾ ਸਭ ਤੋਂ ਵੱਡ ਆਕਾਰੀ ਇਹ ਗ੍ਰੰਥ ਹੈ ਜੋ ਕਾਵਿਕ ਰੂਪ ਦੇ ਵਿੱਚ, ਜੋ ਕਾਵ ਰੂਪ ਦੇ ਵਿੱਚ ਲਿਖਿਆ ਹੋਇਆ ਹੈ। ਅਤੇ ਇਸ ਤੋਂ ਇਲਾਵਾ ਪੁਰਾਤਨ ਜਨਮ ਸਾਖੀਆਂ ਜਿਹੜੀਆਂ ਹਨ ਉਹ ਵੀ ਹੈ ਸਿੱਖ ਇਤਿਹਾਸ ਦੇ ਅੰਦਰ, ਜਿਨ੍ਹਾਂ ਵਿੱਚ ਜ਼ਿਕਰ ਮਿਲਦਾ ਹੈ। ਉਸ ਪੁਰਾਤਨ ਜਨਮ ਸਾਖੀ ਦੇ ਵਿੱਚ ਬਕਾਇਦਾ ਇਹ ਦਰਜ ਹੈ, ਉਸ ਵਿੱਚ ਦਰਜ ਹੈ, ਤਿਤ ਮਹਿਲ ਦੋ ਸ਼ਬਦ ਹੋਆ ਸੋ ਪੋਥੀ ਗੁਰੂ ਅੰਗਦ ਜੋਗ ਮਿਲੀ। ਉਸ ਵਿੱਚ ਇਹ ਸਾਫ਼ ਲਿਖਿਆ ਹੈ ਕਿ ਗੁਰੂ ਅੰਗਦ ਸਾਹਿਬ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਸੌਂਪਦਿਆਂ ਹੋਇਆਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਹ ਪਾਵਨ ਬਾਣੀ ਦੀ ਪੋਥੀ, ਜਿਸ ਵਿੱਚ ਉਹਨਾਂ ਦੀ ਆਪਣੀ ਲਿਖੀ ਹੋਈ ਪਾਵਨ ਬਾਣੀ ਹੈ, ਜਿਸ ਪੋਥੀ ਦੇ ਵਿੱਚ 15 ਭਗਤ ਸਾਹਿਬਾਨਾਂ ਦੀ ਬਾਣੀ ਦਰਜ ਹੈ, ਉਹ ਪਾਵਨ ਪੋਥੀ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੂੰ ਪ੍ਰਾਪਤ ਹੁੰਦੀ ਹੈ। ਅਤੇ ਇੱਕ ਹੋਰ ਗੱਲ ਯਾਦ ਰੱਖਣਾ ਗੁਰੂ ਸਵਾਰਿਓ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਵਿੱਚ 35 ਮਹਾਂਪੁਰਖਾਂ ਦੀ ਪਾਵਨ ਬਾਣੀ ਦਰਜ ਹੈ। ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਿਨ੍ਹਾਂ ਅੱਗੇ ਆਪਾਂ ਨਤਮਸਤਕ ਹੁੰਦੇ ਹਾਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਵਿੱਚ 6 ਗੁਰੂ ਸਾਹਿਬਾਨਾਂ ਦੀ ਬਾਣੀ ਹੈ। ਪਹਿਲੇ 5 ਗੁਰੂ ਸਾਹਿਬਾਨ ਅਤੇ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ। 15 ਭਗਤ ਸਾਹਿਬਾਨਾਂ ਦੀ ਬਾਣੀ ਦਰਜ ਹੈ। 11 ਭੱਟ ਸਾਹਿਬਾਨਾਂ ਦੀ ਪਾਵਨ ਬਾਣੀ ਦਰਜ ਹੈ ਸਵਈਆਂ ਦੇ ਵਿੱਚ, ਅਤੇ 3 ਗੁਰਸਿੱਖਾਂ ਦੀ ਬਾਣੀ ਦਰਜ ਹੈ, ਭਾਈ ਸੱਤਾ ਜੀ ਅਤੇ ਭਾਈ ਬਲਵੰਡ ਜੀ, ਅਤੇ ਤੀਸਰੇ ਗੁਰਸਿੱਖ ਹਨ ਬਾਬਾ ਸੁੰਦਰ ਜੀ। 35 ਮਹਾਂਪੁਰਖਾਂ ਦੀ ਪਾਵਨ ਬਾਣੀ, ਆਪਾਂ ਗੁਰਬਾਣੀ ਵਿੱਚੋਂ ਕਿਤੋਂ ਵੀ ਕੋਈ ਸ਼ਬਦ ਲੈ ਲਈਏ, ਕਿਸੇ ਗੁਰੂ ਸਾਹਿਬ ਜੀ ਦਾ ਸ਼ਬਦ, ਚਾਹੇ ਉਹ ਭਗਤ ਸਾਹਿਬਾਨਾਂ ਦੇ ਸ਼ਬਦ ਹੋਣ, ਬਾਣੀ ਇੰਨੇ ਵੱਡ ਆਕਾਰ ਵਿੱਚ ਹੋਣ ਦੇ ਬਾਵਜੂਦ ਵੀ ਕੋਈ ਵੀ ਵਿਚਾਰ ਕਿਸੇ ਗੁਰੂ ਸਾਹਿਬ ਜੀ ਦੀ ਆਪਣੀ ਵਿਚਾਰ, ਆਪਣੀ ਕਿਸੇ ਹੋਰ ਥਾਂ ਉੱਤੇ ਕਿਸੇ ਵਿਚਾਰ ਦੇ ਵਿਰੁੱਧ ਨਹੀਂ ਹੈ, ਕੰਟਰਵਰਸੀ ਨਹੀਂ ਹੈ। ਕਿਸੇ ਭਗਤ ਸਾਹਿਬਾਨ ਦੀ ਪਾਵਨ ਬਾਣੀ ਜਾਂ ਗੁਰੂ ਸਾਹਿਬਾਨ ਦੀ ਪਾਵਨ ਬਾਣੀ ਆਪਸ ਵਿੱਚ ਵਿਰੋਧਾਭਾਸ ਨਹੀਂ ਰੱਖਦੀ। ਸਾਰੀ ਬਾਣੀ ਦੀ ਵਿਚਾਰ ਇੱਕ ਹੈ। ਉਹ ਕਿਸੇ ਵੀ ਰੂਪ ਦੇ ਵਿੱਚ, ਕਿਤੇ ਗੁਰੂ ਸਾਹਿਬ ਜੀ ਕਿਸੇ ਲਹਿਜੇ ਦੇ ਵਿੱਚ, ਕਿਸੇ ਅੰਦਾਜ਼ ਦੇ ਵਿੱਚ, ਕਿਸੇ ਉਦਾਹਰਣ ਦੇ ਰਾਹੀਂ ਕੋਈ ਗੱਲ ਸਮਝਾਉਂਦੇ ਹਨ। ਜਿਵੇਂ ਗੁਰੂ ਸਾਹਿਬ ਜੀ ਜਦੋਂ ਕਿਸਾਨੀ ਕਿੱਤੇ ਨਾਲ ਸੰਬੰਧਿਤ ਕਿਸਾਨ ਨੂੰ ਸਮਝਾਉਂਦੇ ਹਨ, ਅਤੇ ਉੱਥੇ ਉਹ ਉਦਾਹਰਣਾਂ ਦਾ, ਉਹਨਾਂ ਗੱਲਾਂ ਦਾ ਜ਼ਿਕਰ ਕਰਦੇ ਹਨ ਜੋ ਕਿਸਾਨ ਦੇ ਨਾਲ ਸੰਬੰਧਿਤ ਹੈ, ਉਹਦੀ ਕਿਸਾਨੀ ਨਾਲ ਸੰਬੰਧਿਤ ਹੈ। ਮਨਹਾਲੀ ਕਿਰਸਾਨੀ ਕਰਨੀ,
ਸ਼ਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ, ਭਾਉ ਕਰਮ ਕਰ ਜਮਸੀ, ਸੇ ਕਰ ਭਾਗੜ ਦੇਖ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜੀ ਕਿਸਾਨ ਨੂੰ ਸਮਝਾਉਂਦੇ ਨੇ ਤੇ ਉਹਨੂੰ ਕਹਿੰਦੇ ਨੇ ਆਪਣੇ ਮਨ ਨੂੰ ਹਾਲੀ ਜਿਹਾ ਉਦਮੀ ਬਣਾ। ਹਾਲੀ ਕਹਿੰਦੇ ਨੇ ਹਲ ਨੂੰ ਚਲਾਉਣ ਵਾਲਾ, ਵਾਹੁਣ ਵਾਲਾ ਜਿਹੜਾ ਬੰਦਾ, ਉਹਦੇ ਲਈ ਸ਼ਬਦ ਹਾਲੀ ਵਰਤਿਆ ਜਾਂਦਾ ਹੈ। ਉਹ ਬੜਾ ਉਦਮੀ ਹੁੰਦਾ ਹੈ, ਉਹਦੇ ਅੰਦਰ ਉਦਮ ਹੁੰਦਾ ਹੈ। ਪੁਰਾਣੇ ਸਮਿਆਂ ਵਿੱਚ ਜਦੋਂ ਲੋਕ ਹਲਾਂ ਦੇ ਨਾਲ ਖੇਤੀ ਕਰਦੇ ਸਨ, ਬਲਦਾਂ ਦੇ ਨਾਲ, ਤਾਂ ਸਵੇਰੇ ਤੜਕੇ ਉੱਠਦੇ ਸਾਰ ਹੀ, ਜਿਸ ਨੂੰ ਆਪਾਂ ਅੰਮ੍ਰਿਤ ਵੇਲਾ ਕਹਿੰਦੇ ਹਾਂ, ਉਹ ਆਪਣੇ ਖੇਤਾਂ ਨੂੰ ਬਲਦ ਲੈ ਜਾਂਦੇ ਸਨ ਅਤੇ ਸੂਰਜ ਚੜ੍ਹਨ ਤੱਕ ਉਹ ਸਾਰਾ ਆਪਣਾ ਕੰਮ ਜਿਹੜਾ ਜਿੰਨਾ ਕੁ ਉਸ ਦਿਨ ਦਾ ਹੁੰਦਾ ਸੀ ਉਹ ਨਿਬੇੜ ਲੈਂਦੇ ਸਨ। ਇਸ ਤਰੀਕੇ ਨਾਲ ਉਹਨਾਂ ਦੇ ਵਿੱਚ ਉਦਮ ਹੁੰਦਾ ਸੀ। ਇਸ ਲਈ ਮਨ ਨੂੰ ਕਹਿੰਦੇ ਹਾਲੀ ਜਿਹਾ ਉਦਮੀ ਬਣ, ਤੂੰ ਵੀ ਉਦਮ ਕਰ। ਕਿਰਸਾਨੀ ਕਰਨੀ, ਆਪਣੀ ਕਰਨੀ ਨੂੰ, ਆਪਣੇ ਕਿਰਦਾਰ ਨੂੰ ਕਿਸਾਨੀ ਵਰਗਾ ਬਣਾ। ਸ਼ਰਮ ਪਾਣੀ ਤਨ ਖੇਤ, ਸ਼ਰਮ ਕਹਿੰਦੇ ਮਿਹਨਤ ਨੂੰ, ਮਿਹਨਤ ਦਾ ਪਾਣੀ ਬਣਾ। ਆਪਣੇ ਇਸ ਤਨ ਨੂੰ ਖੇਤ ਸਮਝ, ਖੇਤ ਮਨ, ਤੇਰੇ ਵਿੱਚ ਸ਼ਰਮ ਦਾ, ਮਿਹਨਤ ਦਾ ਪਾਣੀ ਦੇ। ਨਾਮ ਬੀਜ, ਇਸ ਤਨ ਖੇਤ ਦੇ ਵਿੱਚ ਨਾਮ ਰੂਪੀ ਬੀਜ ਨੂੰ ਪਾ ਦੇ। ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਅਤੇ ਜਦੋਂ ਕਿਸਾਨ ਪਹਿਲਾਂ ਹਲ ਵਾਹੁੰਦਾ ਹੈ ਜ਼ਮੀਨ ਦੇ ਵਿੱਚ, ਹਲ ਦੇ ਨਾਲ ਜਦੋਂ ਉਹ ਜ਼ਮੀਨ ਜਿਹੜੀ ਹੈ ਉਹ ਸਖਤ, ਜਿਹੜੀ ਉਹ ਪੋਲੀ ਹੋ ਜਾਂਦੀ ਹੈ, ਅਤੇ ਫਿਰ ਉਹਦੇ ਵਿੱਚ ਬੀਜ ਦਾ ਛੱਟਾ ਦਿੰਦਾ ਹੈ। ਅਤੇ ਜਦੋਂ ਬੀਜ ਹੁਣ ਜ਼ਮੀਨ ਵਿੱਚ ਪੈ ਗਿਆ, ਫਿਰ ਉੱਤੋਂ ਦੀ ਸੁਹਾਗਾ ਫੇਰ ਕੇ ਸਾਰੀ ਮਿੱਟੀ ਨੂੰ ਪਹਿਲਾਂ ਦੇ ਵਾਂਗ ਬਰਾਬਰ ਕਰ ਦਿੰਦਾ। ਸੁਹਾਗੇ ਦਾ ਕੰਮ ਹੈ ਉਹ ਸਾਰੀ ਮਿੱਟੀ ਉੱਤੇ ਥੱਲੇ ਜਿਹੜੀ ਹੁੰਦੀ ਹੈ ਜ਼ਮੀਨ, ਤੇ ਉਹਨੂੰ ਸਭ ਨੂੰ ਪੱਧਰੀ ਕਰ ਦਿੰਦਾ ਹੈ। ਅਤੇ ਕਹਿੰਦੇ ਸੰਤੋਖ ਦਾ ਸੁਹਾਗਾ ਬਣਾ, ਰੱਖ ਗਰੀਬੀ ਵੇਸ, ਤੂੰ ਗਰੀਬੀ ਦਾ ਭਾਵ ਨਿਮਰਤਾ ਰੂਪੀ ਵੇਸ ਜਿਹੜਾ ਹੈ ਉਹ ਧਾਰਨ ਕਰਕੇ ਰੱਖ। ਫਿਰ ਕਹਿੰਦੇ ਨੇ ਭਾਉ ਕਰਮ ਕਰ ਜਮਸੀ, ਸੇ ਕਰ ਭਾਗੜ ਦੇਖ। ਫਿਰ ਪ੍ਰੇਮਾ ਰੂਪੀ, ਪ੍ਰੇਮ ਰੂਪੀ ਖੇਤੀ ਜਿਹੜੀ ਹੈ ਫਿਰ ਪੈਦਾ ਹੋਵੇਗੀ, ਫਸਲ ਪ੍ਰੇਮ ਰੂਪੀ ਪੈਦਾ ਹੋਵੇਗੀ ਜੇ ਤੂੰ ਇਸ ਕਦਰ ਬੀਜੇਂਗਾ। ਅਤੇ ਕਹਿੰਦੇ ਨੇ ਸੇ ਘਰ ਭਾਗੜ ਦੇਖ। ਅਤੇ ਫਿਰ ਉਹ ਘਰ ਜਿਹੜੇ ਹਨ, ਉਹ ਸਰੀਰ ਜਿਹੜੇ ਹਨ, ਉਹ ਜੀਵਨ ਜਿਹੜੇ ਹਨ, ਉਹ ਭਾਗਾਂ ਵਾਲੇ ਇਸ ਕਦਰ ਬਣਦੇ ਹਨ, ਇਸ ਢੰਗ ਨਾਲ ਬਣਦੇ ਹਨ। ਜੇ ਸਤਿਗੁਰੂ ਜੀ ਜੋਗੀ ਨੂੰ ਗੁਰਮਤਿ ਦੀ ਸੋਝੀ ਦਿੰਦੇ ਨੇ, ਜੀਵਨ ਦਾ ਉਪਦੇਸ਼ ਬਖਸ਼ਿਸ਼ ਕਰਦੇ ਹਨ, ਅਤੇ ਉਹਨਾਂ ਬਚਨਾਂ ਦੀ ਸਾਂਝ ਪਾਉਂਦੇ ਨੇ ਜੋ ਜੋਗੀ ਦੇ ਨਾਲ ਸੰਬੰਧਿਤ ਨੇ। ਜਿਵੇਂ ਜੋਗੀ ਕੰਨਾਂ ਦੇ ਵਿੱਚ ਸੁਰਾਖ ਕਰਕੇ ਕੱਚ ਦੀਆਂ ਮੁਦਰਾਂ ਪਹਿਨਦਾ। ਜਦੋਂ ਯੋਗ ਮਤ ਦੇ ਵਿੱਚ ਕੋਈ ਐਂਟਰ ਕਰਦਾ ਹੈ ਅਤੇ ਜੋਗੀਆਂ ਦੇ ਇਹ ਕੁਝ ਰੂਲ ਹੁੰਦੇ ਨੇ, ਕੁਝ ਨੇਮ ਕਾਇਦੇ ਕਾਨੂੰਨ ਉਹਨਾਂ ਵੱਲੋਂ ਬਣਾਏ ਗਏ ਹਨ ਕਿ ਜੇ ਯੋਗ ਮਤ ਵਿੱਚ ਆਉਣਾ ਹੈ, ਭਗਵੇਂ ਰੰਗ ਦੇ ਵਸਤਰ ਪਹਿਨਣੇ ਪੈਣਗੇ, ਜਟਾਵਾਂ ਬਣਾਉਣੀਆਂ ਪੈਣਗੀਆਂ, ਕੰਨਾਂ ਦੇ ਵਿੱਚ ਮੋਟੀਆਂ ਮੋਟੀਆਂ ਕੱਚ ਦੀਆਂ ਮੁਦਰਾਂ ਪਾਣੀਆਂ ਪੈਣਗੀਆਂ, ਗੋਦੜੀ ਪਹਿਨਣੀ ਪਵੇਗੀ, ਹੱਥ ਵਿੱਚ ਡੰਡਾ ਫੜਨਾ ਪਵੇਗਾ, ਸਿੰਘੀ ਆਪਣੇ ਕੋਲ ਰੱਖਣੀ ਪਵੇਗੀ, ਜੋ ਕਨਾਦ ਹੈ, ਇੱਕ ਜੰਤਰ ਹੈ ਵਜਾਉਣ ਵਾਲਾ। ਇੱਕ ਪਹਿਚਾਣ ਹੈ ਜੋਗੀ ਦੀ, ਕਿਉਂਕਿ ਜੇ ਮਨੁੱਖ ਨੇ ਇਸ ਤਰ੍ਹਾਂ ਦਾ ਲਿਬਾਸ ਪਹਿਨਿਆ ਹੋਵੇਗਾ ਤਾਂ ਹੀ ਕੋਈ ਦੂਰੋਂ ਵੇਖ ਕੇ ਕਹਿ ਸਕਦਾ ਵੀ ਇਹ ਜੋਗੀ ਹੈ। ਜੇ ਉਹਨੇ ਆਮ ਮਨੁੱਖਾਂ ਵਰਗੇ ਕੱਪੜੇ ਪਹਿਨੇ ਹੋਣਗੇ ਫਿਰ ਥੋੜ੍ਹੀ ਕੋਈ ਕਹਿ ਸਕਦਾ ਕਿ ਇਹ ਜੋਗੀ ਹੈ। ਇਸ ਲਈ ਉਹਨਾਂ ਆਪਣੀ ਇੱਕ ਵੱਖਰੀ ਪਹਿਚਾਣ ਬਣਾਈ ਹੈ। ਸਤਿਗੁਰੂ ਜੀ ਸਮਝਾਉਂਦੇ ਨੇ ਜੋਗੀ ਨੂੰ ਕਿ ਜੋ ਤੂੰ ਇਹ ਭੇਖ ਧਾਰਨ ਕੀਤਾ ਹੈ, ਇਹਦੇ ਨਾਲ ਰੱਬ ਦੀ ਪ੍ਰਾਪਤੀ ਨਹੀਂ ਹੋ ਸਕਦੀ। ਤੂੰ ਜੇ ਚਿੰਨ੍ਹ ਧਾਰਨ ਕਰਨੇ ਨੇ, ਇਹ ਬਾਹਰੀ ਦੀ ਥਾਂ 'ਤੇ ਇਹ ਕੁਝ ਚਿੰਨ੍ਹ ਜੇ ਤੂੰ ਧਾਰਨ ਕਰ ਲਵੇ ਤਾਂ ਤੂੰ ਜੋਗੀਆਂ ਦੇ ਜੋ 12 ਫਿਰਕੇ ਹਨ, ਯੋਗ ਮਤ ਦੇ 12 ਫਿਰਕੇ ਹਨ, ਜਿਨ੍ਹਾਂ ਵਿੱਚੋਂ ਸ੍ਰੇਸ਼ਟ ਜਿਹੜਾ ਫਿਰਕਾ ਹੈ ਉਹ ਹੈ ਆਈ ਪੰਥ। ਆਈ ਪੰਥੀ ਸਗਲ ਜਮਾਤੀ, ਜਿਹਦਾ ਜ਼ਿਕਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਰਦੇ ਹਨ ਜਪ ਬਾਣੀ ਅੰਦਰ।
ਪਾਤਸ਼ਾਹ ਜੀ ਕਹਿੰਦੇ ਨੇ ਮੁੰਦਾਂ ਸੰਤੋਖ ਸ਼ਰਮਪਤ ਝੋਲੀ ਧਿਆਨ ਕੀ ਕਰੈ ਵਿਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ। ਪਾਤਸ਼ਾਹ ਜੀ ਕਹਿੰਦੇ ਨੇ ਜੋਗੀ ਨੂੰ ਤੂੰ ਕੰਨਾਂ ਦੇ ਵਿੱਚ ਕੱਚ ਦੀਆਂ ਮੁਦਰਾਂ ਦੇ ਥਾਂ ਦੇ ਉੱਤੇ ਸੰਤੋਖ ਦੀਆਂ ਮੁਦਰਾਂ ਧਾਰਨ ਕਰ। ਤੈਨੂੰ ਸੰਤੋਖ ਹੋਵੇ, ਸਬਰ ਹੋਵੇ ਤੇਰੇ ਅੰਦਰ। ਇਹ ਸੰਤੋਖ ਦੀਆਂ, ਕਿਉਂਕਿ ਸੰਤੋਖ ਤੋਂ ਬਿਨਾਂ ਮਨੁੱਖ ਦਾ ਮਨ ਕਦੇ ਵੀ ਰੱਜਦਾ ਨਹੀਂ। ਜਿਵੇਂ ਪਾਤਸ਼ਾਹ ਜੀ ਕਹਿੰਦੇ ਨੇ ਜੇ ਬੰਨਾਂ ਪੁਰੀਆਂ ਭਾਰ ਚਾਹੇ ਪਿੰਡਾਂ ਦੇ ਪਿੰਡ ਪਦਾਰਥਾਂ ਦੇ ਮਿਲ ਜਾਣ, ਇਹ ਮਨ ਕਦੇ ਬਸ ਨਹੀਂ ਕਰਦਾ। ਕਦੇ ਵੀ ਸਾਡਾ ਮਨ, ਕਦੇ ਵੀ ਅਸੀਂ ਆਪਣੇ ਜੀਵਨ ਵਿੱਚ ਕੋਈ ਲੀਕ ਖਿੱਚ ਕੇ ਨਹੀਂ ਕਹਿ ਸਕਦੇ ਕਿ ਮੇਰੀਆਂ ਇੱਛਾਵਾਂ ਕੇਵਲ ਇੱਥੋਂ ਤੱਕ ਨੇ, ਇਸ ਤੋਂ ਅੱਗੇ ਮੇਰੀ ਕੋਈ ਇੱਛਾ ਨਹੀਂ। ਅਸਲ ਵਿੱਚ ਜਦੋਂ ਤੱਕ ਕੋਈ ਚੀਜ਼ ਜੋ ਮਨੁੱਖ ਚਾਹ ਰਿਹਾ ਹੈ, ਇੱਛਾ ਹੈ ਉਹਦੀ, ਉਹਨੂੰ ਮਿਲ ਜਾਵੇ, ਉਦੋਂ ਤੱਕ ਮਨ ਸੋਚਦਾ ਵੀ ਆਹ ਚੀਜ਼ ਮਿਲ ਗਈ ਤੇ ਫਿਰ ਬਸ ਹੋਰ ਨਹੀਂ। ਪਰ ਜਦੋਂ ਉਹ ਚੀਜ਼ ਮਿਲ ਜਾਂਦੀ ਹੈ ਫਿਰ ਮਨੁੱਖ ਦਾ ਮਨ ਸੋਚਦਾ ਵੀ ਨਹੀਂ, ਹੁਣ ਹੋਰ ਕੋਈ ਪ੍ਰਾਪਤ ਹੋ ਜਾਵੇ, ਹੋਰ ਕੁਝ ਮਿਲ ਜਾਵੇ। ਇਸ ਲਈ ਪਾਤਸ਼ਾਹ ਜੀ ਕਹਿੰਦੇ ਨੇ ਬਿਨਾਂ ਸੰਤੋਖ ਨਹੀਂ ਕਉ ਰਾਜੈ ਸੁਪਨ ਮਨੋਰਥ ਬਿਰਥੇ ਸਭ ਕਾਜੈ। ਬਿਨਾਂ ਸੰਤੋਖ ਤੋਂ ਕੋਈ ਵੀ ਰੱਜਦਾ ਨਹੀਂ। ਚਾਹੇ ਮਨੁੱਖ ਬਿਰਧ ਹੋ ਜਾਵੇ, ਚਾਹੇ ਤਨ 'ਤੇ ਬੁਢਾਪਾ ਆ ਜਾਵੇ, ਤਾਂ ਵੀ ਪਦਾਰਥਾਂ ਦੀ ਚਾਹਤ ਮੁੱਕਦੀ ਨਹੀਂ ਜੇ ਸੰਤੋਖ ਮਨੁੱਖ ਦੇ ਪੱਲੇ ਨਹੀਂ ਹੈਗਾ। ਤੇ ਸੰਤੋਖ, ਸਬਰ, ਬਾਣੀ ਪੜ੍ਹਿਆਂ ਇਸ ਵਿਚਾਰ ਨੂੰ ਜੀਵਨ ਵਿੱਚ ਧਾਰਨ ਕੀਤਿਆਂ ਹੀ ਸਹਿਜੇ ਹੀ ਸਾਡੇ ਜੀਵਨ ਵਿੱਚ ਇਹ ਆਉਂਦਾ ਹੈ। ਪਾਤਸ਼ਾਹ ਜੀ ਕਹਿੰਦੇ ਨੇ ਸੰਤੋਖ ਦੀਆਂ ਮੁਦਰਾਂ ਪਹਿਨ, ਸ਼ਰਮਪਤ ਝੋਲੀ, ਸ਼ਰਮ ਦੀ ਮਿਹਨਤ ਦੀ ਤੂੰ ਮਿਹਨਤ ਕਰਿਆ ਕਰ। ਇਉਂ ਹੀ ਨਾ ਤੂੰ ਲੋਕਾਂ ਦੇ ਦਰ 'ਤੇ ਜਾ ਕੇ ਤੂੰ ਮੁਹਤਾਜ ਬਣਿਆ ਕਰ, ਤੂੰ ਮੰਗਿਆ ਕਰ। ਮੁੰਦਾਂ ਸੰਤੋਖ ਸ਼ਰਮਪਤ ਝੋਲੀ ਧਿਆਨ ਕੀ ਕਰੈ ਵਿਭੂਤ। ਜਿਹੜੀ ਤੂੰ ਵਿਭੂਤੀ ਭਾਵ ਜਿਹੜੀ ਮਿੱਟੀ ਸਵਾਹ ਤੂੰ ਆਪਣੇ ਸਰੀਰ ਦੇ ਅੰਗਾਂ 'ਤੇ ਮਲਦਾ ਹੈ। ਆਪਣੇ ਸਰੀਰ ਦੇ ਅੰਗਾਂ 'ਤੇ ਜੋਗੀ ਇਸ ਲਈ ਸਵਾਹ ਮਲਦੇ ਨੇ ਕਿਉਂਕਿ ਉਹ ਇਹ ਵਿਖਾਉਣ ਦਾ ਯਤਨ ਕਰਦੇ ਸੰਸਾਰ ਦੇ ਲੋਕਾਂ ਨੂੰ, ਇਸ ਤਰੀਕੇ ਨਾਲ ਕਹਿਣਾ ਚਾਹ ਰਹੇ ਨੇ ਕਿ ਸਾਡੇ ਲਈ ਸਭ ਕੁਝ ਮਿੱਟੀ ਆ, ਅਸੀਂ ਵੇਖੋ ਸਰੀਰ 'ਤੇ ਮਿੱਟੀ ਮਲ ਲਈ ਹੈ। ਪਰ ਭਗਤ ਕਬੀਰ ਸਾਹਿਬ ਜੀ ਨੂੰ ਜੇ ਆਪਾਂ ਪੁੱਛਦੇ ਹਾਂ ਤੇ ਕਬੀਰ ਸਾਹਿਬ ਜੀ ਕਹਿੰਦੇ ਨੇ ਜੇ ਤੂੰ ਧਨ ਪਦਾਰਥ ਛੱਡ ਕੇ ਆਖੇ ਇਹ ਜੋ ਸਰੀਰ ਦੀਆਂ ਲੋੜਾਂ ਨੇ ਇਹਨਾਂ ਨੂੰ ਤਿਆਗ ਕੇ ਆਖੇ ਕਿ ਮੈਂ ਬਹੁਤ ਵੱਡਾ ਤਿਆਗੀ ਬਣ ਗਿਆ ਹਾਂ, ਤੇ ਕਬੀਰ ਸਾਹਿਬ ਜੀ ਕਹਿੰਦੇ ਓਏ ਇਹ ਕੋਈ ਵੱਡਾ ਕਾਰਜ ਨਹੀਂ ਤੂੰ ਕਰ ਲਿਆ। ਕਬੀਰ ਮਾਇਆ ਤਜੀ ਤਾਂ ਕਿਆ ਭਇਆ ਜੋ ਮਾਨ ਤਜਿਆ ਨਹੀਂ ਜਾਏ। ਕਬੀਰ ਸਾਹਿਬ ਜੀ ਕਹਿੰਦੇ ਨੇ ਛੱਡਣ ਵਾਲੀ ਚੀਜ਼ ਤਾਂ ਅਹੰਕਾਰ ਸੀ, ਤੂੰ ਅਹੰਕਾਰ ਤੇ ਤਿਆਗਿਆ ਨਹੀਂ, ਸਗੋਂ ਇਸ ਬਾਹਰੀ ਤਿਆਗ ਦਾ ਹੀ ਤੈਨੂੰ ਹੰਕਾਰ ਹੋ ਗਿਆ ਕਿ ਮੈਂ ਤੇ ਵੇਖੋ ਜੀ ਘਰ-ਬਾਰ ਤਿਆਗ ਦਿੱਤਾ, ਮੈਂ ਤੇ ਧਨ ਦੌਲਤ ਪੈਸੇ ਨੂੰ ਹੱਥ ਨਹੀਂ ਲਾ ਰਿਹਾ, ਮੈਂ ਇਹ ਵੀ ਕੁਝ ਛੱਡ ਦਿੱਤਾ ਹੈ, ਤਨ ਦੇ ਬਸਤਰ ਵੀ ਤਿਆਗ ਦਿੱਤੇ। ਪਰ ਕਬੀਰ ਸਾਹਿਬ ਜੀ ਕਹਿੰਦੇ ਨੇ ਬੰਦੇ ਨੂੰ ਇਸੇ ਗੱਲ ਦਾ ਹੀ ਅਹੰਕਾਰ ਹੋ ਜਾਂਦਾ ਹੈ ਵੀ ਮੇਰੇ ਜਿਹਾ ਤਿਆਗੀ ਕੌਣ ਹੈ। ਕਹਿੰਦੇ ਨੇ ਤਿਆਗਣਾ ਸੀ ਤੇ ਇਹ ਮਾਨ ਅਭਿਮਾਨ, ਇਹ ਅਹੰਕਾਰ ਦਾ ਤਿਆਗ ਕਰਨਾ ਸੀ। ਮਾਨ ਮੁਨੀ ਮੁਨਵਰ ਗਲੇ ਮਾਨ ਸਭੈ ਕੋ ਖਾਏ। ਇਹ ਮਾਨ ਅਹੰਕਾਰ ਤਾਂ ਵੱਡੇ ਵੱਡੇ ਮਹਾਤਮਾ ਆਪਣੇ ਆਪ ਨੂੰ ਰਿਸ਼ੀ ਮੁਨੀ ਅਖਵਾਉਣ ਵਾਲੇ, ਉਹਨਾਂ ਦਾ ਵੀ ਇਹ ਨਾਸ ਕਰ ਦਿੰਦਾ ਹੈ, ਉਹਨਾਂ ਨੂੰ ਵੀ ਕੁਰਾਹੇ ਪਾ ਦਿੰਦਾ ਹੈ। ਇਹ ਅਹੰਕਾਰ ਹੁੰਦਾ ਹੀ ਐਸਾ ਹੈ। ਇਸ ਲਈ ਸਤਿਗੁਰੂ ਜੀ ਕਹਿੰਦੇ ਨੇ ਤੂੰ ਜਿਹੜੀ ਵਿਭੂਤੀ ਸਵਾਹ ਮਲਦਾ ਨਾ ਉਹ ਸਵਾਹ ਕਿਹੜੀ ਹੋਵੇ, ਉਹ ਵਿਭੂਤ ਹੋਵੇ। ਧਿਆਨ ਕੀ ਕਰਹਿ ਵਿਭੂਤ। ਧਿਆਨ ਦੀ ਭਾਵ ਤੇਰਾ ਧਿਆਨ, ਤੇਰੀ ਸੁਰਤ ਜਿਹੜੀ ਹੈ ਉਹ ਪ੍ਰਭੂ ਦੇ ਨਾਮ ਵਿੱਚ ਜੁੜੀ ਰਵੇ, ਸੱਚ ਦੀ ਵਿਚਾਰ ਨਾਲ ਜੁੜੀ ਰਵੇ। ਤੇਰੀ ਸੁਰਤ ਵਿੱਚ ਗੁਰੂ ਦਾ ਉਪਦੇਸ਼ ਇਸ ਕਦਰ ਇਸ ਭਾਂਤ ਵਸ ਜਾਵੇ
तेरे अंदर कि तू जीवन का कोई भी कार्य करे, तेरे सामने गुरु का उपदेश हो भी इस अनुसार मैं अपने जीवन का कार्य करना है। ਸਾਹਿਬ ਜੀ ਕਹਿੰਦੇ ਧਿਆਨ ਕੀ ਕਰੈ ਵਿਭੂਤ, ਖਿੰਥਾ ਕਾਲ ਕੁਆਰੀ ਕਾਇਆ ਜੁਗਤ, ਡੰਡਾ ਪ੍ਰਤੀਤ ਖਿੰਥਾ ਗੋਦੜੀ ਜੋ ਤੂੰ ਧਾਰਨ ਕਰਦਾ ਤਨ ਦੇ ਉੱਤੇ। ਇਹ ਕਾਲ ਰੂਪੀ ਭਾਵ ਮੌਤ ਨੂੰ ਹਮੇਸ਼ਾ ਯਾਦ ਰੱਖ, ਮੌਤ ਨੂੰ ਕਦੇ ਵੀ ਵਿਸਾਰ ਨਾ ਭੁੱਲਣਾ। ਤੇ ਪਾਤਸ਼ਾਹ ਜੀ ਅੱਗੇ ਕਹਿੰਦੇ ਨੇ ਕੁਆਰੀ ਕਾਇਆ ਜੁਗਤ, ਇਹ ਜੁਗਤੀ ਇਹ ਢੰਗ ਅਪਣਾ ਕਿ ਤੇਰੀ ਕਾਇਆ ਨੂੰ ਵਿਕਾਰ ਜਿਹੜੇ ਨੇ ਉਹ ਭੋਗ ਨਾ ਸਕਣ, ਵਿਕਾਰਾਂ ਦੇ ਭੋਗਣ ਤੋਂ ਬਚਾ ਲੈ, ਇਹ ਹੈ ਕੁਆਰੀ ਕਾਇਆ। ਅੱਗੇ ਕਹਿੰਦੇ ਡੰਡਾ ਪ੍ਰਤੀਤ, ਡੰਡਾ ਜੋ ਤੂੰ ਹੱਥ ਵਿੱਚ ਫੜਦਾ ਹੈ ਨਾ, ਉਹ ਡੰਡਾ ਤੂੰ ਫੜਿਆ ਕਰ, ਉਹ ਡੰਡਾ ਹੋਵੇ ਧਾਰਨ ਕੀਤਾ ਤੂੰ ਪ੍ਰਤੀਤ ਦਾ, ਤੂੰ ਵਿਸ਼ਵਾਸ ਦਾ। ਪ੍ਰਤੀਤ ਕਹਿੰਦੇ ਯਕੀਨ, ਵਿਸ਼ਵਾਸ, ਭਰੋਸੇ। ਤੇਰਾ ਮਾਲਕ ਤੇ ਇਸ ਕਦਰ ਵਿਸ਼ਵਾਸ ਹੋਵੇ, ਇਸ ਕਦਰ ਹੋਵੇ ਕਿ ਜਿਸ ਕਦਰ ਭਗਤ ਜੀ ਕਹਿੰਦੇ ਨੇ ਬਾਰ ਪਰਾਇਆ ਬੈਸਣਾ ਸਾਈ ਮੁਝੈ ਨਾ ਦੇ, ਜੇ ਤੂੰ ਐਵੇਂ ਰੱਖਸੀ ਜਿਉਂ ਸਰੀਰੋਂ ਲੈ। ਮਾਲਕ ਜੀ ਤੇਰਾ ਬਾਰ, ਤੇਰਾ ਦਰ ਛੱਡ ਕੇ ਮੈਨੂੰ ਕਿਸੇ ਹੋਰ ਦੇ ਦਰ ਦਾ ਮੁਹਤਾਜ ਨਾ ਕਦੇ ਬਣਨਾ ਪਵੇ। ਐਸਾ ਮੇਰੇ ਤੇ ਕਦੇ ਵੀ ਸਮਾਂ ਨਾ ਆਵੇ ਵੀ ਮੈਨੂੰ ਤੇਰਾ ਦਰ ਛੱਡ ਕੇ ਕਿਸੇ ਹੋਰ ਦੇ ਦਰ 'ਤੇ ਜਾ ਕੇ ਖਲੋਣਾ ਪਵੇ। ਪਰ ਕਹਿੰਦੇ ਜੇ ਤੂੰ ਐਵੇਂ ਰੱਖ ਸੀ, ਪਰ ਜੇ ਤੇਰਾ ਹੁਕਮ ਹੀ ਇਹ ਹੈ, ਤੂੰ ਮੈਨੂੰ ਆਪਣੇ ਦਰ 'ਤੇ ਨਹੀਂ ਰਹਿਣ ਦੇਣਾ, ਤੂੰ ਮੈਨੂੰ ਕਿਸੇ ਹੋਰ ਦੇ ਦਰ 'ਤੇ ਭੇਜਣਾ ਹੈ। ਜੇ ਤੈਨੂੰ ਐਵੇਂ ਚੰਗਾ ਲੱਗਦਾ ਹੈ, ਪਰ ਫਿਰ ਮੇਰੀ ਵੀ ਇੱਕ ਗੱਲ, ਇੱਕ ਬੇਨਤੀ ਪ੍ਰਵਾਨ ਕਰੀ, ਜਿਉਂ ਸਰੀਰੋਂ ਲੈ, ਕਿ ਕਿਸੇ ਹੋਰ ਦੇ ਦਰ 'ਤੇ ਜਾਣ ਤੋਂ ਪਹਿਲਾਂ ਮੇਰੇ ਇਸ ਸਰੀਰ ਦੇ ਵਿੱਚੋਂ ਤੂੰ ਜਿੰਦ ਕੱਢ ਲਈ। ਭਾਵ ਮੈਨੂੰ ਮੌਤ ਕਬੂਲ, ਮੈਨੂੰ ਮਰਨਾ ਤੇ ਪ੍ਰਵਾਨ ਹੈ, ਪਰ ਮੈਂ ਤੇਰਾ ਦਰ ਛੱਡ ਕੇ ਕਿਸੇ ਹੋਰ ਦੇ ਦਰ ਦਾ ਮੁਹਤਾਜ ਨਹੀਂ ਮੈਂ ਬਣ ਸਕਦਾ। ਕਿਸੇ ਹੋਰ ਦੇ ਦਰ 'ਤੇ ਜਾਣਾ ਮੈਨੂੰ ਪ੍ਰਵਾਨ ਨਹੀਂ, ਕਬੂਲ ਨਹੀਂ। ਐਸਾ ਵਿਸ਼ਵਾਸ ਹੋਵੇ, ਐਸਾ ਭਰੋਸਾ ਬਣ ਜਾਵੇ। ਤੇ ਸਾਹਿਬ ਜੀ ਕਹਿੰਦੇ ਇਹ ਤੂੰ ਡੰਡਾ ਤੇਰੇ ਕੋਲ ਐਸਾ ਹੋਵੇ, ਇਹ ਯਕੀਨ ਰੂਪੀ ਹੋਵੇ। ਫਿਰ ਅੱਗੇ ਕਹਿੰਦੇ ਨੇ ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ। ਫਿਰ ਪਾਤਸ਼ਾਹ ਜੀ ਕਹਿੰਦੇ ਜੇ ਤੂੰ ਇਸ ਕਦਰ ਸੰਤੋਖ ਦੀਆਂ ਮੁਦਰਾਂ ਧਾਰਨ ਕਰੇਗਾ, ਧਿਆਨ ਦੀ ਵਿਭੂਤੀ ਲਾਵੇਂਗਾ, ਆਪਣੀ ਕਾਇਆ ਨੂੰ ਵਿਕਾਰਾਂ ਤੋਂ ਬਚਾ ਲਵੇਂਗਾ, ਤੂੰ ਪ੍ਰਤੀਤ ਦਾ ਡੰਡਾ ਧਾਰਨ ਕਰ ਲਵੇਂਗਾ, ਤਾਂ ਤੂੰ ਅਸਲੀਅਤ ਵਿੱਚ, ਹਕੀਕਤ ਵਿੱਚ ਜੋ ਤੁਹਾਡਾ ਸ੍ਰੇਸ਼ਟ ਪੰਥ ਹੈ ਆਈ ਪੰਥੀ, ਤਾਂ ਤੂੰ ਇਸ ਆਈ ਪੰਥੀ ਦਾ ਸਗਲ ਜਮਾਤੀ, ਜੇ ਤੂੰ ਸਭ ਨੂੰ ਇੱਕ ਸਮਾਨ ਸਮਝਦਾ ਹੈ। ਕਿਉਂਕਿ ਜੋਗੀ ਇਹ ਮੰਨਦੇ ਹਨ ਕਿ ਅਸੀਂ ਸੰਸਾਰੀ ਜੀਵਾਂ ਦੇ ਨਾਲੋਂ ਸ੍ਰੇਸ਼ਟ ਹਾਂ। ਉਹ ਸੰਸਾਰੀਆਂ ਨੂੰ ਆਪਣੇ ਤੋਂ ਨੀਵਾਂ ਮੰਨਦੇ ਨੇ, ਕਿਉਂਕਿ ਉਹ ਸਮਝਦੇ ਨੇ ਵੀ ਇਹ ਤਾਂ ਸੰਸਾਰਿਕ ਕੰਮ ਧੰਦਿਆਂ ਦੇ ਵਿੱਚ ਹੀ ਰੁੱਝੇ ਰਹਿੰਦੇ, ਕਿਹੜਾ ਰੱਬ ਦਾ ਨਾਮ ਸਾਡੇ ਵਾਂਗੂ ਕਿਤੇ ਸਮਾਧੀ ਲਾ ਕੇ ਲੈਂਦੇ ਹਨ। ਇਸ ਲਈ ਉਹਨਾਂ ਨੂੰ ਆਪਣੇ ਤੋਂ ਹਮੇਸ਼ਾ ਨੀਵਾਂ ਮੰਨਦੇ ਹਨ। ਪਰ ਪਾਤਸ਼ਾਹ ਜੀ ਕਹਿੰਦੇ ਨੇ ਤਾਂ ਤੂੰ ਅਸਲ ਵਿੱਚ ਆਈ ਪੰਥੀ, ਆਈ ਪੰਥ ਦਾ ਤੂੰ ਪੈਰੋਕਾਰ ਮੰਨਿਆ ਜਾਵੇਂਗਾ, ਜੇ ਤੂੰ ਸਭ ਨੂੰ ਇੱਕ ਬਰਾਬਰ ਸਮਝੇਗਾ। ਮਨ ਜੀਤੈ ਜਗ ਜੀਤ, ਮਨ ਨੂੰ ਜਿੱਤਣਾ ਇਉਂ ਹੈ ਜਿਵੇਂ ਜਗਤ ਨੂੰ ਜਿੱਤਣਾ ਹੈ। ਤੇ ਜਿਵੇਂ ਜਗਤ ਨੂੰ ਜਿੱਤਣਾ ਬਹੁਤ ਹੀ ਬਿਖਮ ਔਖਾ ਹੁੰਦਾ ਹੈ, ਇਸੇ ਤਰ੍ਹਾਂ ਹੀ ਆਪਣੇ ਮਨ ਨੂੰ ਵੀ ਜਿੱਤਣਾ ਮਨੁੱਖ ਲਈ ਬਹੁਤ ਹੀ ਮੁਸ਼ਕਿਲ, ਬਹੁਤ ਹੀ ਔਖਿਆਈ ਵਾਲਾ ਕਾਰਜ ਹੈ। ਪਰ ਇਹ ਮਨ ਗੁਰੂ ਦੀ ਵਿਚਾਰ ਨਾਲ ਜਦੋਂ ਇਸ ਨੂੰ ਜੋੜਦੇ ਹਾਂ, ਇਹ ਮਨ ਫਿਰ ਭੱਜਦਾ ਹੈ ਵਾਰ-ਵਾਰ। ਜਦੋਂ ਅਸੀਂ ਯਤਨ ਕਰਾਂਗੇ ਇਸ ਪਾਸੇ, ਜਿਵੇਂ ਵਾਰ-ਵਾਰ ਕੋਈ ਦੁਨਿਆਵੀ ਕੰਮ ਹੀ ਲਾ ਲਓ ਤੁਸੀਂ, ਪਹਿਲੀ ਵਾਰ ਨਹੀਂ ਆਉਂਦਾ ਕੋਈ ਵੀ ਕੰਮ ਬੰਦੇ ਨੂੰ, ਬੰਦਾ ਵਾਰ-ਵਾਰ ਯਤਨ ਕਰਦਾ ਹੈ ਸਿੱਖਣ ਦਾ, ਕਿਉਂਕਿ ਮਨੁੱਖ ਨੂੰ ਇਉਂ ਇਹ ਲੱਗਦਾ ਹੈ, ਇਹ ਸਮਝ ਹੈ ਕਿ ਇਹ ਕੰਮ ਮੇਰੇ ਫਾਇਦੇ ਲਈ ਹੈ।
ਤੇ ਮੈਂ ਜੇ ਸਿੱਖਾਂਗਾ ਤਾਂ ਹੀ ਮੈਨੂੰ ਫਾਇਦਾ ਹੋ ਸਕਦਾ। ਇਸ ਲਈ ਇੱਕ ਵਾਰ ਸਮਝ ਨਹੀਂ ਆਉਂਦੀ, ਦੁਬਾਰਾ ਫਿਰ ਯਤਨ ਕਰਦਾ ਹੈ, ਫਿਰ ਨਹੀਂ ਆਉਂਦੀ, ਫਿਰ ਦੁਬਾਰਾ ਯਤਨ ਕਰਦਾ ਹੈ। ਕਿਉਂਕਿ ਮਨੁੱਖ ਨੂੰ ਉਹਦੀ ਮਹੱਤਵਪੂਰਨਤਾ ਆਪਣੇ ਜੀਵਨ ਵਿੱਚ ਉਹਦੀ ਕੀ ਹੈ ਉਹਨੂੰ ਪਤਾ ਹੈ। ਵਾਰ-ਵਾਰ ਯਤਨ ਕੀਤਿਆਂ ਜਿਵੇਂ ਕੋਈ ਦੁਨਿਆਵੀ ਕੰਮ ਮਨੁੱਖ ਸਿੱਖ ਲੈਂਦਾ, ਇਸੇ ਤਰੀਕੇ ਨਾਲ ਮਨ ਜੇ ਇੱਕ ਵਾਰ, 2 ਵਾਰ, 3 ਵਾਰ ਜੁੜਦਾ ਨਹੀਂ, ਇਹ ਮਨ ਹੋਰ ਪਾਸਿਆਂ ਵੱਲ ਭੱਜਦਾ ਹੈ। ਤਾਂ ਮਨ ਨੂੰ ਫਿਰ ਹੋੜ ਕੇ, ਮਨ ਨੂੰ ਫਿਰ ਕਦੇ ਪਿਆਰ ਨਾਲ, ਕਦੇ ਝਿੜਕ ਕੇ ਜੇ ਗੁਰੂ ਸ਼ਬਦ ਨਾਲ ਜੋੜੀ ਰੱਖਾਂਗੇ, ਜੋੜਨ ਦਾ ਯਤਨ ਕਰਾਂਗੇ, ਤਾਂ ਫਿਰ ਮਨ ਹੌਲੀ ਹੌਲੀ ਮਨ ਨੂੰ ਗੁਰੂ ਦੀ ਵਿਚਾਰ ਚੰਗੀ ਜਾਪਣ ਲੱਗ ਪੈਂਦੀ ਹੈ। ਮਨ ਨੂੰ ਇਹ ਵਿਚਾਰ ਵਿੱਚੋਂ ਫਿਰ ਆਨੰਦ ਆਉਣਾ ਆਰੰਭ ਹੋ ਜਾਂਦਾ ਹੈ ਤੇ ਫਿਰ ਅਵਸਥਾ ਸਹਿਜੇ ਹੀ ਹਰਿਨਾਮ ਸਮਾਇਆ ਵਾਲੀ ਵੀ ਬਣ ਜਾਂਦੀ ਹੈ। ਇਸ ਲਈ ਯਤਨ ਕਰਨਾ ਪੈਂਦਾ ਹੈ, ਕਿਉਂਕਿ ਇਹ ਮਨ ਦਾ ਸੁਭਾਵ। ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਮਨ ਪੰਖੀ ਪਇਓ ਉੱਡ ਉੱਡ ਦਾਹ ਦਿਸ ਜਾਏ, ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਕਬੀਰ ਸਾਹਿਬ ਜੀ ਕਹਿੰਦੇ ਇਹ ਮਨ ਦਾ ਸੁਭਾਵ ਜਿਹੜਾ ਹੈ ਨਾ, ਉਹ ਪੰਛੀ ਵਰਗਾ ਹੈ। ਹੁਣ ਆਪਾਂ ਕਿਸੇ ਵੀ ਪੰਛੀ ਨੂੰ ਵੇਖਦੇ ਹਾਂ, ਉਹ ਕਦੇ ਉੱਡ ਕੇ ਕਿਤੇ ਬਹਿ ਜਾਂਦਾ ਹੈ, ਕਦੇ ਕਿਤੇ ਬਹਿ ਜਾਂਦਾ ਹੈ, ਕਦੇ ਕਿਸੇ ਰੁੱਖ 'ਤੇ ਬੈਠਾ ਹੈ, ਕਦੇ ਦੂਜੇ ਰੁੱਖ 'ਤੇ ਉੱਡ ਕੇ ਤੁਰ ਜਾਂਦਾ ਹੈ। ਉਹ ਜਿਹੋ ਜਿਹੇ ਮਰਜ਼ੀ ਰੁੱਖ 'ਤੇ ਬੈਠੇ, ਜੇ ਅਮਰੂਦ ਦੇ ਰੁੱਖ 'ਤੇ ਬੈਠਾ ਹੈ ਅਮਰੂਦ ਦਾ ਫਲ ਖਾਂਦਾ, ਜੇ ਹੋਰ ਕਿਸੇ ਰੁੱਖ 'ਤੇ ਬੈਠਾ ਤੇ ਉੱਥੋਂ ਉਹ ਫਲ ਖਾ ਲੈਂਦਾ ਹੈ। ਇਸੇ ਤਰ੍ਹਾਂ ਮਨ ਦਾ ਸੁਭਾਅ ਵੀ ਪੰਛੀ ਵਰਗਾ ਹੈ। ਮਨ ਵੀ ਇੱਕ ਥਾਂ 'ਤੇ ਰੁਕਦਾ ਨਹੀਂ, ਸਾਡਾ ਠਹਿਰਦਾ ਨਹੀਂ, ਕਿਉਂਕਿ ਮਨ ਜਿਹੜਾ ਹੈ ਉਹ ਸਾਡੇ ਵਿਕਾਰਾਂ ਦਾ ਸੰਗ੍ਰਹਿ ਹੈ। ਜੋ ਵਿਚਾਰ ਸਾਡੇ ਮਨ ਵਿੱਚ ਆਉਂਦੇ ਜਾਂਦੇ ਹਨ, ਵਿਚਾਰਾਂ ਦੇ ਸੰਗ੍ਰਹਿ ਤੋਂ ਸਾਡਾ ਮਨ ਜਿਹੜਾ ਉਹਦਾ ਸੁਭਾਅ ਬਣਦਾ ਹੈ। ਅਤੇ ਮਨ ਵੀ ਕਦੇ ਕਿਹੋ ਜਿਹੀ ਸੋਭਤ ਵਿੱਚ ਬੈਠਦਾ ਹੈ, ਕਦੇ ਕਿਸੇ ਤਰ੍ਹਾਂ ਦੀ ਸੰਗਤ ਵਿੱਚ ਬੈਠਦਾ ਹੈ, ਕਦੇ ਮਾੜਿਆਂ ਵਿੱਚ ਬਹਿ ਜਾਂਦਾ, ਕਦੇ ਚੰਗਿਆਂ ਵਿੱਚ। ਇਸੇ ਤਰ੍ਹਾਂ ਚੰਗੀਆਂ ਮਾੜੀਆਂ ਸਾਰੀਆਂ ਵਿਚਾਰਾਂ ਆਪਣੇ ਅੰਦਰ ਇਕੱਠੀਆਂ ਕਰੀ ਜਾਂਦਾ ਹੈ। ਅਤੇ ਫਿਰ ਜਿਹੜੀਆਂ ਵਿਚਾਰਾਂ ਦਾ ਪ੍ਰਭਾਵ ਵੱਧ ਇਹਦੇ ਅੰਦਰ, ਜੋ ਵਿਚਾਰਾਂ ਇਸ ਅੰਦਰ ਜ਼ਿਆਦੀਆਂ ਹੁੰਦੀਆਂ ਨੇ, ਉਹਨਾਂ ਵਿਚਾਰਾਂ ਦੇ ਕਰਕੇ ਹੀ ਮਨ ਉਸ ਪਾਸੇ ਨੂੰ ਪ੍ਰੇਰਿਤ ਰਹਿੰਦਾ ਹੈ। ਮਨ ਉਸ ਪਾਸੇ ਨੂੰ, ਉਹਦਾ ਮਨ ਦਾ ਝੁਕਾਅ ਹਮੇਸ਼ਾ ਬਣਿਆ ਰਹਿੰਦਾ ਹੈ। ਸਤਿਗੁਰੂ ਜੀ ਇਹ ਵੀ ਬਖਸ਼ਿਸ਼ ਕਰਦੇ ਨੇ ਪਾਵਨ ਬਾਣੀ ਅੰਦਰ, ਕਹਿੰਦੇ ਦਿਨ ਰਾਤ ਕਮਾਇੜੋ ਸੋ ਆਇਓ ਮੱਥ ਹੈ। ਹੁਣ ਆਪਾਂ ਮੱਥੇ ਦੀਆਂ ਲਕੀਰਾਂ ਦੀ ਗੱਲ ਕਰਦੇ ਹਾਂ। ਕਈ ਸੱਜਣ ਇਹ ਕਹਿੰਦੇ ਵੀ ਰੱਬ ਨੇ ਪਹਿਲਾਂ ਹੀ ਸਭ ਕੁਝ ਲਿਖ ਕੇ ਮਨੁੱਖ ਦੇ ਮੱਥੇ ਉੱਤੇ ਉਹਨੂੰ ਇਸ ਸੰਸਾਰ ਦੇ ਵਿੱਚ ਭੇਜਿਆ ਹੈ। ਕਈ ਵਾਰ ਐਸੇ ਹਾਦਸੇ, ਕੁਝ ਇਹੋ ਜਿਹੇ ਵਾਕਿਆਤ ਜੀਵਨ ਅੰਦਰ ਹੋ ਜਾਂਦੇ ਹਨ ਕਿ ਮਨੁੱਖ ਇਹੋ ਜਿਹੀਆਂ ਬਾਤਾਂ ਆਮ ਇੱਕ ਦੂਜੇ ਨੂੰ ਮਨੁੱਖ ਕਹਿੰਦੇ ਹਨ ਕਿ ਇਹ ਤਾਂ ਪਹਿਲਾਂ ਤੋਂ ਹੀ ਐਸਾ ਕੁਝ ਲਿਖਿਆ ਸੀ। ਪਰ ਜਦੋਂ ਅਸੀਂ ਪਾਵਨ ਬਾਣੀ ਨੂੰ ਪੜ੍ਹਦੇ ਹਾਂ, ਵਿਚਾਰਦੇ ਹਾਂ, ਅਤੇ ਸਤਿਗੁਰੂ ਜੀ ਕਹਿੰਦੇ ਨੇ, ਸਮਝਾਉਂਦੇ ਨੇ ਕਿ ਬੰਦਾ ਦਿਨ ਰਾਤ ਆਪਣੇ ਰੋਜ਼ਾਨਾ ਦੇ ਰੋਜ਼ਮਰਾ ਜੀਵਨ ਦੇ ਅੰਦਰ ਦਿਨ ਰਾਤ ਜੋ ਕੁਝ ਕਮਾ ਰਿਹਾ ਹੈ, ਮਨ ਦੇ ਤਲ ਦੇ ਉੱਤੇ ਉਹ ਗੱਲ ਕਰਦੇ ਹਨ। ਮਨ ਦੇ ਤਲ 'ਤੇ ਮਨੁੱਖ ਜੋ ਕੁਝ ਕਮਾਉਂਦਾ ਹੈ, ਕਿਉਂਕਿ ਕੋਈ ਵੀ ਕੰਮ ਅਸੀਂ ਕਰਦੇ ਹਾਂ, ਸਰੀਰ ਇੱਕ ਜ਼ਰੀਆ ਹੈ, ਪਰ ਉਹਦੇ ਵਿੱਚ ਸ਼ਮੂਲੀਅਤ, ਹਾਜ਼ਰੀ ਜਿਹੜੀ ਉਹ ਸਾਡੇ ਮਨ ਦੀ ਹੁੰਦੀ ਹੈ। ਹਰ ਇੱਕ ਕੰਮ ਦੇ ਵਿੱਚ ਜੋ ਕੁਝ ਮਨੁੱਖ ਕਰਦਾ ਹੈ, ਮਨ ਉਹਦੇ ਵਿੱਚ ਹਾਜ਼ਰ ਰਹਿੰਦਾ ਹੈ। ਮਨ ਜੋ ਕੁਝ ਦਿਨ ਰਾਤ ਕਮਾ ਰਿਹਾ ਹੈ, ਜੋ ਕੁਝ ਮਨ ਕਮਾਈ ਕਰਦਾ ਹੈ, ਸਾਹਿਬ ਜੀ ਕਹਿੰਦੇ ਸੋ ਆਇਓ ਮੱਥ ਹੈ, ਉਹ ਮੱਥੇ ਵਿੱਚ ਤੁਰ ਜਾਂਦਾ ਹੈ। ਭਾਵ ਮੱਥੇ ਵਿੱਚ ਮੱਤ ਦਾ ਪ੍ਰਤੀਕ ਹੈ। ਆਪਾਂ ਕਹਿੰਦੇ ਹਾਂ ਵੀ ਇੱਥੇ ਮਨੁੱਖ ਦੀ ਬੁੱਧੀ ਹੁੰਦੀ ਹੈ, ਮੱਤ ਹੁੰਦੀ ਹੈ। ਉਹ ਮਨੁੱਖ ਦੀ ਮੱਤ ਵਿੱਚ ਸਭ ਕੁਝ ਆ ਜਾਂਦਾ ਹੈ। ਭਾਵ ਦਿਨ ਰਾਤ ਕਮਾਏ ਹੋਏ ਦਾ ਅਸਰ ਸਾਡੀ ਮੱਤ ਉੱਤੇ, ਸਾਡੀ ਬੁੱਧ ਉੱਤੇ ਪੈਂਦਾ ਹੈ। ਜਿਸ ਪਾਸ ਲੁਕਾਇੰਦੜੋ ਸੋ ਵੇਖੀ ਸੱਥ ਹੈ। ਅਤੇ ਪਾਤਸ਼ਾਹ ਜੀ ਕਹਿੰਦੇ ਜਿਸ ਰੱਬ ਮਾਲਕ ਤੋਂ ਲੁਕ ਕੇ ਮਨੁੱਖ ਮਾੜੇ ਕਰਮ ਕਰਦਾ, ਉਹ ਰੱਬ ਤਾਂ
ਸਭ ਕੁਝ ਵੇਖ ਰਿਹਾ ਹੈ, ਸਭ ਕੁਝ ਤੱਕ ਰਿਹਾ ਹੈ। ਉਸ ਪਾਸੋਂ ਕੋਈ ਵੀ ਯਤਨ ਕਰਕੇ ਕੁਝ ਵੀ ਲੁਕਾ ਨਹੀਂ ਸਕਦਾ। ਇਸ ਲਈ ਮਨੁੱਖ ਦੇ ਆਪਣੇ ਕੀਤੇ ਹੋਏ ਕਰਮਾਂ ਦਾ ਨਤੀਜਾ ਕੁਝ ਸਮੇਂ ਬਾਅਦ ਸਾਹਮਣੇ ਆਉਂਦਾ ਹੈ, ਪਰ ਮਨੁੱਖ ਦੂਸਰਿਆਂ ਨੂੰ ਦੋਸ਼ ਦਿੰਦਾ ਹੈ। ਪਰ ਇਹ ਵੀ ਪਾਵਨ ਬਾਣੀ ਦਾ ਬਚਨ ਹੈ ਕਿ ਉਸ ਮਾਲਕ ਪ੍ਰਭੂ ਨੂੰ ਦੋਸ਼ ਨਹੀਂ ਦੇਣਾ ਚਾਹੀਦਾ। ਦਦੈ ਦੋਸ਼ ਨਾ ਦਿਉ ਕਿਸੇ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਆਪਣੇ ਕੀਤੇ ਲਈ ਆਪ ਹੀ ਮਨੁੱਖ ਜ਼ਿੰਮੇਵਾਰ ਹੁੰਦਾ ਹੈ, ਇਸ ਦਾ ਦੋਸ਼ ਕਿਸੇ ਦੂਜੇ ਨੂੰ ਨਹੀਂ ਦਿੱਤਾ ਜਾ ਸਕਦਾ। ਭਗਤ ਤ੍ਰਿਲੋਚਨ ਜੀ ਵੀ ਇਸ ਤਰ੍ਹਾਂ ਦੀ ਵਿਚਾਰ ਸਾਡੇ ਸਾਹਮਣੇ ਰੱਖਦੇ ਹਨ। ਭਗਤ ਤ੍ਰਿਲੋਚਨ ਜੀ ਬਖਸ਼ਿਸ਼ ਕਰਦੇ ਹਨ ਕਿ ਜੋ ਕੁਝ ਮਨੁੱਖ ਦੁਕ੍ਰਿਤ ਸੁਕ੍ਰਿਤ ਚੰਗਾ ਅਤੇ ਮਾੜਾ ਕੀਤਾ ਹੋਇਆ ਕਰਮ ਮਨੁੱਖ ਦਾ ਆਪਣਾ ਹੈ। ਨਾਰਾਇਣ ਨਿੰਦਸ ਕਾਏ ਭੂਲੀ ਗਵਾਰੀ, ਦੁਕ੍ਰਿਤ ਸੁਕ੍ਰਿਤ ਥਾਰੋ ਕਰਮਰੀ। ਨਾਰਾਇਣ ਪ੍ਰਭੂ ਮਾਲਕ ਨੂੰ ਕਿਉਂ ਨਿੰਦਦੀ ਹੈ ਹੇ ਜੀਵ ਇਸਤਰੀਏ। ਚੰਗਾ ਅਤੇ ਮਾੜਾ, ਦੁਕ੍ਰਿਤ ਕਹਿੰਦੇ ਮੰਦੇ ਕਰਮ ਨੂੰ, ਸੁਕ੍ਰਿਤ ਚੰਗੇ ਕਰਮ ਨੂੰ। ਚੰਗਾ ਅਤੇ ਮਾੜਾ ਕੀਤਾ ਕਰਮ ਤੇਰਾ ਆਪਣਾ ਹੈ, ਥਾਰੋ ਕਰਮ ਵੀ ਤੇਰਾ ਆਪਣਾ ਕਮਾਇਆ ਹੋਇਆ ਕਰਮ ਹੈ। ਇਸ ਲਈ ਤੂੰ ਆਪਣੇ ਚੰਗੇ ਮਾੜੇ ਲਈ ਉਸ ਮਾਲਕ ਪ੍ਰਭੂ ਨੂੰ, ਰੱਬ ਜੀ ਨੂੰ ਦੋਸ਼ ਨਾ ਦੇ। ਤੇ ਮਨੁੱਖ ਦੀ ਬਿਰਤੀ ਵੀ ਐਸੀ ਹੈ, ਆਪਾਂ ਦੇਖਦੇ ਹਾਂ ਚੰਗੇ ਕੰਮ ਲਈ ਹਮੇਸ਼ਾ ਮਨੁੱਖ ਅੱਗੇ ਹੁੰਦਾ ਵੀ ਉਸ ਨੂੰ ਕ੍ਰੈਡਿਟ ਮਿਲ ਜਾਵੇ, ਉਸ ਲਈ ਬੜੀ ਮਨੁੱਖ ਭੱਜ ਦੌੜ ਕਰਦਾ ਹੈ। ਪਰ ਜਦੋਂ ਕੋਈ ਮੰਦਾ ਕੰਮ ਮਨੁੱਖ ਦਾ ਕੀਤਾ ਹੋਇਆ ਜਗ ਜ਼ਾਹਰ ਹੋ ਜਾਵੇ ਤਾਂ ਮਨੁੱਖ ਫਿਰ ਇਹ ਨਹੀਂ ਕਹਿੰਦਾ ਵੀ ਮੇਰੇ ਕੋਲ ਗਲਤੀ ਹੋਈ ਹੈ, ਮੈਂ ਇਸ ਨੂੰ ਕਬੂਲ ਕਰਦਾ, ਐਕਸੈਪਟ ਕਰਦਾ, ਨਹੀਂ। ਉੱਥੇ ਮਨੁੱਖ ਫਿਰ ਇਹ ਕਹਿੰਦਾ ਵੀ ਇਹ ਤਾਂ ਉਹਦੇ ਹੁਕਮ ਅੰਦਰ ਉਹ ਰੱਬ ਨੇ ਕਰਾਇਆ, ਵੀ ਸਾਡੇ ਜੀਵਾਂ ਦੇ ਕੀ ਹੱਥ ਵੱਸ ਹੈ। ਮਨੁੱਖ ਇਹੋ ਜਿਹੀਆਂ ਵਿਚਾਰਾਂ ਇਸ ਤਰੀਕੇ ਦੇ ਨਾਲ ਹਮੇਸ਼ਾ ਹੀ ਆਪਣਾ ਬਚਾਵ ਕਰਨ ਦਾ ਯਤਨ ਕਰਦਾ ਹੈ। ਸਤਿਗੁਰੂ ਜੀ ਪਾਵਨ ਬਾਣੀ ਦੇ ਅੰਦਰ ਜੋ ਜੀਵਨ ਜਾਚ ਸਾਨੂੰ ਬਖਸ਼ਿਸ਼ ਕਰਦੇ, ਆਪਾਂ ਜ਼ਿਕਰ ਕੀਤਾ ਸੀ ਵੀ 35 ਮਹਾਂਪੁਰਖਾਂ ਦੀ ਬਾਣੀ ਜਿਹੜੀ ਹੈ, ਕਿਸੇ ਵੀ ਮਹਾਂਪੁਰਖ ਦੀ ਬਾਣੀ ਦੂਸਰੇ ਮਹਾਂਪੁਰਖ ਦੀ ਬਾਣੀ ਦੇ ਉਸ ਦੇ ਕਿਤੇ ਵੀ ਕੋਈ ਵੀ ਇੱਕ ਵੀ ਪੰਕਤੀ ਵਿੱਚ ਐਸੀ ਵਿਚਾਰ ਨਹੀਂ ਵੀ ਉਸ ਤੋਂ ਕਿਤੇ ਵਿਪਰਤ ਹੋਵੇ, ਇੱਕ ਦੂਜੇ ਦੀ ਵਿਚਾਰ ਨੂੰ ਕੱਟਦੀ ਹੋਵੇ। ਨਹੀਂ, ਮੈਂ ਆਪ ਜੀ ਦੇ ਸਾਹਮਣੇ ਕੁਝ ਪੰਕਤੀਆਂ ਜਿਹੜੀਆਂ ਹਨ ਉਹ ਸਾਂਝੀਆਂ ਕਰਨ ਲੱਗਾ ਹਾਂ। ਪਾਵਨ ਪੰਕਤੀਆਂ ਜਿਹੜੀਆਂ ਹਨ ਉਹ ਭਗਤ ਫਰੀਦ ਸਾਹਿਬ ਜੀ ਦੇ ਪਾਵਨ ਸਲੋਕਾਂ ਵਿੱਚੋਂ ਬਾਬਾ ਫਰੀਦ ਸਾਹਿਬ ਜੀ ਬਖਸ਼ਿਸ਼ ਕਰਦੇ ਨੇ। ਉਹਨਾਂ ਦਾ ਉਚਾਰਨ ਕੀਤਾ ਹੋਇਆ ਸਲੋਕ 138 ਨੰਬਰ ਸਲੋਕ ਹੈ। ਫਰੀਦ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਤਨ ਤਪੈ ਤਨੂਰ ਜਿਉਂ ਬਾਲਨ ਹੱਡ ਬਲਨ, ਪੈਰੀ ਥੱਕਾਂ ਸਿਰ ਜੁੱਲਾਂ ਜੇ ਮੂੰਹ ਪਿਰੀ ਮਿਲਨ। ਹੁਣ ਬਾਬਾ ਫਰੀਦ ਸਾਹਿਬ ਜੀ ਦਾ ਪਾਵਨ ਸਲੋਕ ਹੈ। ਫਰੀਦ ਸਾਹਿਬ ਜੀ ਇੱਕ ਭਾਵਨਾ ਸਾਡੇ ਸਾਹਮਣੇ ਦੱਸਦੇ ਹਨ, ਜ਼ਿਕਰ ਕਰਦੇ ਨੇ, ਕਹਿਣ ਲੱਗੇ ਉਸ ਮਾਲਕ ਰੱਬ ਪ੍ਰਭੂ ਅੱਲਾ ਖੁਦਾ ਨੂੰ ਮਿਲਣ ਵਾਸਤੇ ਜੇ ਮੈਨੂੰ ਕੁਝ ਐਸੇ ਔਖੇ ਯਤਨ ਵੀ ਕਰਨੇ ਪੈਣ, ਉਹ ਔਖੇ ਯਤਨ ਕਿਹੜੇ ਨੇ? ਕਹਿੰਦੇ ਨੇ ਆਪਣੇ ਤਨ ਨੂੰ ਮੈਂ ਤਪਾਵਾਂ ਅੱਗ ਦੇ ਵਿੱਚ, ਤਨ ਤਪੈ ਤਨੂਰ ਜਿਉਂ ਬਾਲਨ ਹੱਡ ਬਲਨ, ਆਪਣੇ ਹੱਡਾਂ ਨੂੰ ਜਿਵੇਂ ਚੁੱਲ੍ਹੇ ਦੇ ਵਿੱਚ ਬਾਲਣ ਪਾਉਂਦੀਆਂ ਨੇ ਸਵਾਣੀਆਂ ਅੱਗ ਜਲਾਉਣ ਵਾਸਤੇ, ਮੈਂ ਆਪਣੇ ਸਰੀਰ ਦੇ ਅੰਗਾਂ ਨੂੰ, ਇਹਨਾਂ ਹੱਡਾਂ ਨੂੰ ਬਾਲਣ ਬਣਾ ਕੇ ਅੱਗ ਵਿੱਚ ਪਾ ਦੇਵਾਂ। ਪੈਰੀ ਥੱਕਾਂ, ਜੇ ਮਾਲਕ ਨੂੰ ਮਿਲਣ ਦੇ ਰਾਹ ਦੇ ਵਿੱਚ ਤੁਰਦਿਆਂ ਤੁਰਦਿਆਂ ਮੇਰੇ ਪੈਰ ਥੱਕ ਜਾਣ, ਤੇ ਕਹਿੰਦੇ ਸਿਰ ਜੁੱਲਾਂ, ਤੇ ਮੈਂ ਫਿਰ ਸਿਰ ਭਾਰ ਹੋ ਕੇ ਤੁਰਨ ਲੱਗ ਪਵਾਂ। ਜੇ ਮੂੰਹ ਪਿਰੀ ਮਿਲਨ, ਇਹ ਸਭ ਯਤਨ ਕਿਸ ਲਈ ਕਹਿਣ ਲੱਗੇ? ਉਸ ਰੱਬ ਮਾਲਕ ਪ੍ਰਭੂ ਨੂੰ ਮਿਲਣ ਵਾਸਤੇ
ਜੇ ਮੈਨੂੰ ਐਸੇ ਕਸ਼ਟ ਵੀ ਸਹਾਰਨੇ ਪੈਣ ਤਾਂ ਉਹਦੇ ਲਈ ਇਹ ਤਾਂ ਵੀ ਸੌਦਾ ਜਿਹੜਾ ਹੈ ਮੇਰੇ ਲਈ ਸਸਤਾ ਹੈ, ਮਹਿੰਗਾ ਨਹੀਂ ਹੈ। ਸੋ ਇਸ ਤਰੀਕੇ ਦੇ ਨਾਲ ਇਹ ਸ਼ਲੋਕ ਜਿਹੜਾ ਬਾਬਾ ਫਰੀਦ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਹੈ। ਧੰਨ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪਾਵਨ ਸ਼ਲੋਕ ਜਿਹੜਾ ਹੈ, ਜੋ ਵਾਰਾਂ ਤੇ ਵਧੀਕ ਦੇ ਅੰਦਰ ਆਉਂਦਾ ਹੈ, 141 ਨੰਬਰ ਸ਼ਲੋਕ ਹੈ, ਜਿਸ ਅੰਦਰ ਸਤਿਗੁਰ ਜੀ ਬਾਬਾ ਫਰੀਦ ਸਾਹਿਬ ਜੀ ਦੀ ਇਸ ਵਿਚਾਰ ਨੂੰ ਇਸ ਕਦਰ ਸਮਝਾਉਂਦੇ ਨੇ ਵੀ ਬਾਬਾ ਫਰੀਦ ਸਾਹਿਬ ਜੀ ਦੇ ਵਿਚਾਰ ਤੋਂ ਕੋਈ ਇਹ ਨਾ ਸਮਝ ਬੈਠੇ, ਕਿਉਂਕਿ ਫਰੀਦ ਸਾਹਿਬ ਜੀ ਨੇ ਆਖਿਆ ਵੀ ਜੇ ਰੱਬ ਮਾਲਕ ਨੂੰ ਮਿਲਣ ਵਾਸਤੇ ਮੈਨੂੰ ਐਸੇ ਕਸ਼ਟ ਦੁੱਖ ਸਹਾਰਨੇ ਪੈਣ, ਕੋਈ ਆਖੇ ਵੀ ਤੈਨੂੰ ਇਹ ਕੁਝ ਕਰਕੇ ਹੀ ਰੱਬ ਮਿਲ ਸਕਦਾ ਹੈ, ਤੈਨੂੰ ਇਹਨਾਂ ਪ੍ਰੀਖਿਆਵਾਂ ਵਿੱਚੋਂ ਨਿਕਲ ਕੇ ਹੀ ਮਾਲਕ ਨੂੰ ਮਿਲਿਆ ਜਾ ਸਕਦਾ ਹੈ, ਤੇ ਫਰੀਦ ਸਾਹਿਬ ਜੀ ਕਹਿੰਦੇ ਹਾਂ ਮੈਂ ਹੱਸ ਕੇ ਇਹ ਸਭ ਪ੍ਰਵਾਨ ਕਰਦਾ ਹਾਂ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇੱਕ ਹੋਰ ਵਿਚਾਰੇ ਦੇ ਨਾਲ ਹੀ ਸਾਂਝੀ ਕਰਦੇ ਨੇ, ਕਹਿਣ ਲੱਗੇ ਤਨ ਨਾ ਤਪਾਏ ਤਨੂਰ ਜਿਉਂ ਬਾਲਨ ਹੱਡ ਨਾ ਵਾਲ। ਹੁਣ ਇੱਥੇ ਇਹ ਨਾ ਸਮਝਣਾ ਵੀ ਗੁਰੂ ਨਾਨਕ ਸਾਹਿਬ ਜੀ ਬਾਬਾ ਫਰੀਦ ਸਾਹਿਬ ਜੀ ਦੀ ਵਿਚਾਰ ਨੂੰ ਕਿਤੇ ਕੰਡੈਮ ਕਰ ਰਹੇ ਨੇ, ਰੱਦ ਕਰ ਰਹੇ ਨਹੀਂ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇਹਦੇ ਨਾਲ ਵਿਚਾਰ ਇਹ ਵੀ ਜੋੜ ਦਿੰਦੇ ਹਨ ਵੀ ਉਸ ਮਾਲਕ ਪ੍ਰਭੂ ਨੂੰ ਮਿਲਣਾ ਹੋਵੇ ਤਾਂ ਉਹਦੇ ਲਈ ਜਿਹੜਾ ਹੈ ਤਨ ਨਾ ਤਪਾਏ ਤਨੂਰ, ਜਿਉਂ ਆਪਣੇ ਤਨ ਨੂੰ ਇਸ ਤਰ੍ਹਾਂ ਕਸ਼ਟ ਦੇਣ ਦੀ ਲੋੜ ਨਹੀਂ ਹੈ, ਆਪਣੇ ਇਹਨਾਂ ਹੱਡਾਂ ਨੂੰ ਬਾਲਣ ਵਾਂਗ ਬਾਲਣ ਦੀ ਲੋੜ ਨਹੀਂ ਹੈ। ਸਿਰ ਪੈਰੀਂ ਕਿਆ ਫੇੜਿਆ, ਸਿਰ ਅਤੇ ਪੈਰਾਂ ਨੇ ਕੀ ਵਿਗਾੜਿਆ ਹੈ, ਇਹਨਾਂ ਨੂੰ ਕਸ਼ਟ ਦੇਣ ਦੀ ਲੋੜ ਨਹੀਂ। ਅੰਦਰ ਪ੍ਰੀ ਸੰਭਾਲ, ਉਸ ਰੱਬ ਮਾਲਕ ਪ੍ਰਭੂ ਨੂੰ ਆਪਣੇ ਅੰਦਰ ਨਿਹਾਲ। ਇਹ ਕਿਤੇ ਬਾਬਾ ਫਰੀਦ ਸਾਹਿਬ ਜੀ ਦੇ ਭਾਵ ਨੂੰ ਕਿਤੇ ਬਾਹਰੀ ਤੌਰ 'ਤੇ ਨਾ ਸਮਝ ਬੈਠੇ, ਕਿਤੇ ਇਸ ਪਾਸੇ ਨਾ ਲੱਗ ਜਾਵੇ, ਇਸ ਲਈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਗੱਲ ਨੂੰ ਹੋਰ ਵੀ ਸਪਸ਼ਟ ਕਰ ਦਿੰਦੇ ਹਨ ਕਿ ਬਾਬਾ ਫਰੀਦ ਸਾਹਿਬ ਜੀ ਦੀ ਭਾਵਨਾ ਜਿਹੜੀ ਹੈ ਉਹ ਨਿਰਮਲ ਹੈ। ਉਹਨਾਂ ਦਾ ਕਹਿਣ ਦਾ ਮਤਲਬ ਹੈ ਕਿ ਉਸ ਮਾਲਕ ਪ੍ਰਭੂ ਨੂੰ ਮਿਲਣਾ ਹੈ। ਜਿਵੇਂ ਗੁਰੂ ਰਾਮਦਾਸ ਮਹਾਰਾਜ ਜੀ ਦਾ ਪਾਵਨ ਸ਼ਬਦ ਪੜ੍ਹਦੇ ਹਾਂ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹੋਂ ਤਿਸ ਪਹਿ ਆਪ ਵਿੱਚ ਆਈ, ਦਰਸ਼ਨ ਹਰ ਦੇਖਣ ਕੈ ਤਾਈ। ਗੁਰੂ ਰਾਮਦਾਸ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਕਹਿਣ ਲੱਗੇ ਕੋਈ ਉਸ ਰੱਬ ਮਾਲਕ ਦਾ ਪਿਆਰਾ ਮੈਨੂੰ ਪ੍ਰਭੂ ਰੱਬ ਜੀ ਨਾਲ ਮਿਲਾ ਦੇਵੇ ਤਾਂ ਕਹਿਣ ਲੱਗੇ ਮੈਂ ਉਸ ਅੱਗੇ ਆਪਣੇ ਆਪ ਨੂੰ ਵੇਚ ਦਿਆਂਗਾ, ਭਾਵ ਮੈਂ ਉਹਦਾ ਗੁਲਾਮ ਬਣਨ ਲਈ ਤਿਆਰ ਹਾਂ, ਮੈਂ ਸਾਰੀ ਉਮਰ ਉਹਦੀ ਚਾਕਰੀ ਕਰਦਾ ਰਵਾਂਗਾ। ਕਾਦੇ ਲਈ? ਦਰਸ਼ਨ ਹਰ ਦੇਖਣ ਕੈ ਤਾਈ, ਕਿਰਪਾ ਕਰੈ ਤਾਂ ਸਤਿਗੁਰ ਮਿਲੈ, ਹਰ ਹਰ ਨਾਮ ਧਿਆਈ। ਅੱਗੇ ਬਖਸ਼ਿਸ਼ ਕਰਦੇ ਹਨ, ਕਹਿਣ ਲੱਗੇ ਮੈਂ ਆਪਣੇ ਤਨ ਨੂੰ ਤਿਲ ਤਿਲ ਕਰਕੇ ਕੱਟ ਦਿਆਂ, ਮੈਂ ਆਪਣੀਆਂ ਅੱਖਾਂ ਕੱਢ ਕੇ ਉਸ ਪਿਆਰੇ ਦੇ ਚਰਨਾਂ ਦੇ ਥੱਲੇ ਰੱਖ ਦਿਆਂ। ਇਹ ਸਭ ਯਤਨ ਕਾਦੇ ਲਈ? ਦਰਸ਼ਨ ਹਰ ਦੇਖਣ ਕੈ ਤਾਈ, ਉਸ ਮਾਲਕ ਦੇ ਪ੍ਰਭੂ ਦੇ ਮਿਲਾਪ ਲਈ ਮੈਂ ਕੁਝ ਵੀ ਕਰਨ ਲਈ ਤਿਆਰ ਹਾਂ। ਸੋ ਇਸ ਤਰੀਕੇ ਦੇ ਨਾਲ ਸਾਰੇ ਹੀ ਮਹਾਂਪੁਰਖਾਂ ਦੀ ਪਾਵਨ ਬਾਣੀ ਇੱਕ ਵਿਚਾਰ ਹੈ, ਇੱਕ ਮਾਲਕ ਦੀ ਵਿਚਾਰ ਦੀ ਗੱਲ ਕਰਦੀ ਹੈ। ਸਤਿਗੁਰ ਜੀ ਕਿਰਪਾ ਰਹਿਮਤ ਕਰਨ, ਪਾਵਨ ਬਾਣੀ ਦੀ ਵਿਚਾਰ ਨੂੰ ਸਮਝ ਕੇ ਇਸ ਮੁਤਾਬਕ ਆਪਣਾ ਇਹ ਮਨੁੱਖਾ ਜੀਵਨ ਜਿਉਣ ਦਾ ਯਤਨ ਕਰੀਏ। ਸਤਿਗੁਰ ਜੀ ਕਿਰਪਾ ਰਹਿਮਤ ਕਰਨ, ਇਤਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ। ਭੁੱਲਾਂ ਚੁੱਕਾਂ ਦੀ ਖਿਮਾ ਸਾਰੇ ਹੀ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।